Good morning, students. Now we will discuss the another points of factors affecting demand. ठीक है, ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਕੱਲ ਆਪਾਂ ਪਹਿਲੇ ਪੰਜ ਕੀ ਆ ਇਹਦੇ ਇਫੈਕਟ ਫੈਕਟਰਸ ਦੇਖੇ ਸੀ ਕਿ ਕਿਹੜੇ-ਕਿਹੜੇ ਫੈਕਟਰਸ ਆ ਜਿਹੜੇ ਡਿਮਾਂਡ ਨੂੰ ਇਫੈਕਟ ਕਰਦੇ ਆ। ਦੇਖੋ ਕੱਲ ਆਪਾਂ ਡਿਸਕਸ ਕੀਤੇ ਵੀ ਕੋਈ ਵੀ ਡਿਮਾਂਡ ਆ, ਠੀਕ ਹੈ, ਕੋਈ ਵੀ ਮੰਗ ਆ ਕਿਸੇ ਵੀ ਐਕਸ ਵਸਤੂ ਦੀ, ਉਹਨੂੰ ਆਹ ਵਾਲੇ ਫੈਕਟਰਸ ਆ ਜਿਹੜੇ ਸਾਰੇ ਇਹ ਕੀ ਆ ਅਫੈਕਟ ਕਰਦੇ ਆ। ਪਹਿਲਾ ਸੀ ਪ੍ਰਾਈਸ ਆਫ ਗੁੱਡ, the price of later goods, income of consumer, taste and preference and fashion। ਅੱਜ ਆਪਾਂ ਬਾਕੀ ਸਾਰੇ ਅਗਲੇ ਪੁਆਇੰਟਸ ਕੀ ਆ ਡਿਸਕਸ ਕਰਾਂਗੇ ਕਿ ਇਹ ਕੀ ਆ, ਇਹ ਪੁਆਇੰਟਸ ਕੀ ਨੇ ਤੇ ਕਿਵੇਂ ਇਹ ਡਿਮਾਂਡ ਨੂੰ ਇਫੈਕਟ ਕਰਦੇ ਨੇ। ਸੋ ਇਹਦਾ ਅਗਲਾ ਪੁਆਇੰਟ ਹੈ ਐਕਸਪੈਕਟੇਸ਼ਨਸ ਆਫ ਫਿਊਚਰ ਪ੍ਰਾਈਸ ਚੇਂਜਸ। ਫਿਊਚਰ ਦੀ ਗੱਲ ਹੋ ਰਹੀ ਹੈ, ਮਤਲਬ ਫਿਊਚਰ ਦੇ ਲਈ ਆਪਾਂ ਸਿਰਫ ਐਕਸਪੈਕਟੇਸ਼ਨਸ ਲਗਾ ਸਕਦੇ ਹਾਂ ਵੀ ਇੱਦਾਂ ਹੋਊਗਾ, ਠੀਕ ਹੈ, ਭਵਿੱਖ ਵਿੱਚ ਕੀਮਤ ਬਦਲਣ ਦੀ ਉਮੀਦ ਕਰ ਸਕਦੇ ਹਾਂ। ਠੀਕ ਹੈ, ਜੇ ਆਪਾਂ ਨੂੰ ਲੱਗਦਾ ਵੀ ਭਵਿੱਖ ਦੇ ਵਿੱਚ ਜਿਹੜੇ ਪ੍ਰਾਈਸ ਆ, ਠੀਕ ਹੈ, ਕੋਈ ਵੀ ਗੁੱਡਸ ਆ ਜਾਂ ਸਰਵਿਸ ਆ ਉਹਦੇ ਪ੍ਰਾਈਸ ਚੇਂਜ ਹੋਣਗੇ ਇਨ ਫਿਊਚਰ, ਤਾਂ ਵੀ ਕੀ ਆਪਣੀ ਜਿਹੜੀ ਡਿਮਾਂਡ ਆ ਇਫੈਕਟ ਹੁੰਦੀ ਹੈ। ਇਹਨੂੰ ਈ ਨਾਲ ਡਿਨੋਟ ਕੀਤਾ ਜਾਂਦਾ। ਦੇਖੋ ਇਫ ਪੀਪਲ expect that there will be rise in price of certain commodities in the future। ਕਹਿੰਦੇ ਕਈ ਲੋਕ ਸੋਚ ਲੈਂਦੇ ਆ ਕਿ ਐਕਸਪੈਕਟ ਕਰ ਲੈਂਦੇ ਆ, ਇਹ ਉਮੀਦ ਰੱਖਦੇ ਆ ਵੀ ਫਿਊਚਰ ਦੇ ਵਿੱਚ ਕੀ ਆ ਜਿਹੜੇ ਪ੍ਰਾਈਸ ਆ ਕੋਈ ਕਮੋਡਿਟੀਜ਼, ਕੋਈ ਵੀ ਕਮੋਡਿਟੀ ਹੋ ਸਕਦੀ ਹੈ, ਉਹਨਾਂ ਦੇ ਪ੍ਰਾਈਸ ਫਿਊਚਰ ਦੇ ਵਿੱਚ ਵਧਣਗੇ, ਰਾਈਜ਼ ਹੋਊਗਾ। ਮਤਲਬ ਉਹਨਾਂ ਨੇ ਅੰਦਾਜ਼ਾ ਲਗਾ ਲਿਆ, ਐਕਸਪੈਕਟ ਕਰ ਲਿਆ ਕਿ ਪ੍ਰਾਈਸ ਫਿਊਚਰ ਦੇ ਵਿੱਚ ਵਧਣਗੇ। ਸੋ ਇਹਦਾ ਮਤਲਬ ਇਹ ਹੋਇਆ ਵੀ ਹੁਣ ਤਾਂ ਪ੍ਰਾਈਸ ਜਿਹੜੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਪ੍ਰਾਈਸ ਘੱਟ ਹੋਣਗੇ ਤਾਂ ਹੀ ਫਿਊਚਰ ਦੇ ਵਿੱਚ ਵਧਣਗੇ। ਠੀਕ ਹੈ, ਤਾਂ ਕਰਕੇ ਕਿ ਉਹ ਹੁਣ ਵਾਲੇ ਪ੍ਰਾਈਸ 'ਤੇ ਜਿਹੜੀਆਂ ਚੀਜ਼ਾਂ ਉਹ ਵੱਧ ਖਰੀਦਣੀਆਂ ਸ਼ੁਰੂ ਕਰ ਦੇਣਗੇ। ਓਬਵੀਅਸਲੀ ਜਦੋਂ ਚੀਜ਼ਾਂ ਵੱਧ ਖਰੀਦਣਗੇ ਤਾਂ ਉਹਨਾਂ ਦੀ ਡਿਮਾਂਡ ਵੀ ਆ ਕੀ ਆ ਜ਼ਿਆਦਾ ਹੋਊਗੀ। ਠੀਕ ਹੈ, ਇਹ ਵੀ ਫੈਕਟਰ ਹੈ ਜਿਹੜਾ ਕਿ ਉਹਨੂੰ ਮੰਗ ਨੂੰ ਪ੍ਰਭਾਵਿਤ ਕਰਦਾ। ਸੋ ਇਨ ਦੈਟ ਕੇਸ ਦੇ ਮੇ ਬਾਈ ਮੋਰ ਈਵਨ ਐਟ ਅ ਹਾਇਰ ਪ੍ਰਾਈਜ਼ ਐਟ ਪ੍ਰੈਜ਼ੈਂਟ। ਕਹਿੰਦੇ ਉਹ ਕੋਈ ਵੀ ਪ੍ਰਾਈਜ਼ ਹੋਵੇ ਆਪਣੇ ਜਿਹੜੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਭਾਵੇਂ ਦੀ ਪ੍ਰਾਈਜ਼ ਹਾਈ ਹੋਵੇ ਕਿਸੇ ਵੀ ਕਮੋਡਿਟੀ, ਤਾਂ ਵੀ ਕੀ ਆ ਉਹ ਮੰਗ ਜ਼ਿਆਦਾ ਕਰਨ ਲੱਗ ਜਾਣਗੇ ਕਿਉਂਕਿ ਉਹਨਾਂ ਨੂੰ ਫਿਊਚਰ ਦੇ ਵਿੱਚ ਇੱਦਾਂ ਲੱਗਦਾ ਵੀ ਸ਼ਾਇਦ ਪ੍ਰਾਈਜ਼ ਹੋਰ ਵੀ ਵੱਧ ਜਾਣ। ਠੀਕ ਹੈ, ਤਾਂ ਕਰਕੇ ਇਹ ਵਾਲਾ ਪੁਆਇੰਟ ਵੀ ਇਹਦਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਭਵਿੱਖ ਵਿੱਚ ਜਦੋਂ ਕੀਮਤ ਬਦਲਣ ਦੀ ਤਬਦੀਲੀ ਦੀ ਉਮੀਦ ਰੱਖ ਲੈਂਦੇ ਆ ਤਾਂ ਉਹ ਵੀ ਡਿਮਾਂਡ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਫੈਕਟਰ ਆ। ਅੱਗੇ ਹੈ ਐਡਵਰਟਾਈਜ਼ਮੈਂਟ ਐਕਸਪੈਂਡੀਚਰ। ਐਡਵਰਟਾਈਜ਼ਮੈਂਟ ਕੀ ਹੁੰਦਾ, ਜਦੋਂ ਵੀ ਕਿਸੇ ਵੀ ਚੀਜ਼ ਦੀ ਐਡਵਰਟਾਈਜ਼ਮੈਂਟ ਕਰਦੇ ਆ, ਠੀਕ ਹੈ, ਵੀ ਆਪਦੀ ਵੀ ਆਪਾਂ ਕਹਿ ਦਿੰਦੇ ਹਾਂ ਵੀ ਉਹ ਕਿਸੇ ਨੇ ਕੰਪਨੀ ਨੇ ਕੋਈ ਪ੍ਰੋਡਕਟ ਬਣਾਇਆ ਤੇ ਉਹਦੀ ਟੀਵੀ ਵਗੈਰਾ ਤੇ ਨਿਊਜ਼ਪੇਪਰ ਵਗੈਰਾ ਤੇ ਮੈਗਜ਼ੀਨ ਵਗੈਰਾ ਤੇ ਉਹਨੂੰ ਵੱਧ ਤੋਂ ਵੱਧ ਵੇਚਣ ਦੇ ਲਈ ਪ੍ਰੋਡਿਊਸਰਸ ਕੀ ਕਰਦੇ ਆ, ਐਡਵਰਟਾਈਜ਼ਮੈਂਟ ਕਰਦੇ ਆ। ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਆਪਣੀਆਂ ਅਖਬਾਰਾਂ 'ਤੇ ਨਿਊਜ਼ਪੇਪਰ 'ਤੇ ਜਾਂ ਫਿਰ ਟੀਵੀਜ਼ 'ਤੇ ਐਡਸ ਆ ਰਹੀਆਂ। ਠੀਕ ਹੈ, ਉਹ ਕੀ ਹੈ, ਇੱਕ ਤਰ੍ਹਾਂ ਦਾ ਐਡਵਰਟਾਈਜ਼ਮੈਂਟ ਆ। ਠੀਕ ਹੈ, ਹੁਣ ਜਿਹੜਾ ਵਿਗਿਆਪਨ 'ਤੇ ਖਰਚ ਕਰਦੇ ਆ ਇਹਨੂੰ ਇਹਦੇ ਨਾਲ ਡਿਨੋਟ ਕੀਤਾ ਜਾਂਦਾ। ਦੇਖੋ ਜਿਹੜਾ ਇਹ ਖਰਚ ਕਰਦੇ ਆ, ਕੋਈ ਵੀ ਪ੍ਰੋਡਿਊਸਰ ਆਪਣੀ ਜਿਹੜੇ ਗੁੱਡ ਬਣਾਈ ਹੁੰਦੀ ਹੈ, ਪ੍ਰੋਡਿਊਸਰ ਕੀ ਕਰਦਾ, ਗੁੱਡਸ ਨੂੰ ਪ੍ਰੋਡਿਊਸ ਕਰਦਾ। ਉਹ ਚਾਹੁੰਦਾ ਵੀ ਜਿਹੜੀਆਂ ਗੁੱਡਸ ਮੈਂ ਪ੍ਰੋਡਿਊਸ ਕੀਤੀਆਂ ਉਹ ਵੱਧ ਤੋਂ ਵੱਧ ਵਿਕਣ। ਠੀਕ ਹੈ, ਉਹਨਾਂ ਦੀ ਡਿਮਾਂਡ ਵੱਧ ਤੋਂ ਵੱਧ ਹੋਵੇ, ਤਾਂ ਕਰਕੇ ਉਹਦੇ ਲਈ ਉਹ ਕੀ ਕਰਦਾ, ਐਡਵਰਟਾਈਜ਼ਮੈਂਟ ਕਰਦਾ। ਸੋ ਕਿਹਦੇ ਵਿੱਚ ਕਰਦਾ, ਇਹ ਟੀਵੀ ਵਿੱਚ ਕਰ ਸਕਦਾ, ਨਿਊਜ਼ਪੇਪਰ ਵਿੱਚ ਕਰ ਸਕਦਾ, ਮੈਗਜ਼ੀਨਸ ਵਿੱਚ ਕਰ ਸਕਦਾ। ਸੋ ਕੀ ਕਹਿੰਦੇ, ਜਿਹੜੇ ਪੀਪਲ ਜ਼ਿਆਦਾ ਐਡਵਰਟਾਈਜ਼ਮੈਂਟ ਕਰਦੇ ਆ, ਠੀਕ ਹੈ, ਪ੍ਰੋਡਿਊਸਰਸ ਜ਼ਿਆਦਾ ਐਡਵਰਟਾਈਜ਼ਮੈਂਟ ਕਰਦੇ ਆ, ਲੋਕ ਉਹਨਾਂ ਵੱਲ ਕੀ ਆ ਅਟਰੈਕਟ ਹੋ ਜਾਂਦੇ ਆ, ਆਕਰਸ਼ਿਤ ਹੋ ਜਾਂਦੇ ਆ, ਤਾਂ ਉਹਨਾਂ ਦੀ ਡਿਮਾਂਡ ਵੱਧ ਜਾਂਦੀ ਹੈ। ਹੁਣ ਆਪਾਂ ਵੀ ਦੇਖਦੇ ਹਾਂ ਜਦੋਂ ਟੀਵੀਜ਼ ਦੇ ਵਿੱਚ ਜਿਹੜੀਆਂ ਵਧੀਆ ਐਡਸ ਹੁੰਦੀਆਂ, ਆਪਾਂ ਨੂੰ ਵੀ ਲੱਗਦਾ ਵੀ ਹਾਂ ਇਹ ਪ੍ਰੋਡਕਟ ਸਹੀ ਹੋਊਗਾ, ਤਾਂ ਕਰਕੇ ਉਹਦੀ ਡਿਮਾਂਡ ਵਧਾ ਦਿੰਦੇ ਆ। ਸੋ ਇਹ ਵੀ ਆ ਜਿਹੜੀ ਐਡਵਰਟਾਈਜ਼ਮੈਂਟ ਐਕਸਪੈਂਡੀਚਰ ਕਰਦੇ ਆ, ਠੀਕ ਹੈ, ਪ੍ਰੋਡਿਊਸਰ, ਉਹਦੇ ਨਾਲ ਵੀ ਕੀ ਆ ਡਿਮਾਂਡ ਉੱਤੇ ਫਰਕ ਪੈਂਦਾ। ਇਹ ਵੀ ਇਹਦਾ ਫੈਕਟਰ ਆ। ਸੋ ਇਸ ਤੋਂ ਅਗਲਾ ਪੁਆਇੰਟ ਹੈਗਾ ਡਿਸਟਰੀਬਿਊਸ਼ਨ ਆਫ ਇਨਕਮ ਐਂਡ ਵੈਲਥ, ਆਮਦਨ ਅਤੇ ਧਨ ਦੀ ਵੰਡ। ਠੀਕ ਹੈ, ਇਹਨੂੰ ਵਾਈ ਡੀ ਨਾਲ ਡਿਨੋਟ ਕੀਤਾ ਜਾਂਦਾ। ਵਾਈ ਦਾ ਮਤਲਬ ਹੁੰਦਾ ਇਨਕਮ ਤੇ ਡੀ ਦਾ ਮਤਲਬ ਡਿਸਟਰੀਬਿਊਸ਼ਨ। ਠੀਕ ਹੈ, ਇਨ ਕੇਸ ਆਫ ਅਨਇਕੁਅਲ ਡਿਸਟਰੀਬਿਊਸ਼ਨ, ਕਹਿੰਦੇ ਇਨ ਕੇਸ ਆਫ ਜਦੋਂ ਆਪਣੀ ਇਕੋਨਮੀ ਦੇ ਵਿੱਚ ਅਨਇਕੁਅਲ ਡਿਸਟਰੀਬਿਊਸ਼ਨ ਹੁੰਦਾ, ਠੀਕ ਹੈ, ਕਿਹਦਾ ਆਮਦਨ ਤੇ ਧਨ ਦਾ, ਇਨਕਮ ਤੇ ਵੈਲਥ ਦਾ, ਤਾਂ ਕੀ ਹੋਊਗਾ, ਕਹਿੰਦੇ ਵੈਲਥ ਕੰਸਨਟਰੇਟਸ ਇਨ ਫਿਊ ਹੈਂਡਸ। ਕਹਿੰਦੇ ਜਿਹੜਾ ਆਪਣਾ ਧਨ ਆ ਆਪਣੀ ਕੰਟਰੀ ਦੇ ਵਿੱਚ, ਜਿੰਨਾ ਵੀ ਧਨ ਆ ਉਹ ਕੁਝ ਕੁ ਲੋਕਾਂ ਦੇ ਧਨ ਦੇ ਵਿੱਚ, ਲੋਕਾਂ ਦੇ ਹੱਥ ਦੇ ਵਿੱਚ ਚਲਿਆ ਜਾਊਗਾ। ਦੇਖੋ ਇਟ ਇਨਕਰੀਜ਼ ਦਾ ਡਿਮਾਂਡ ਫॉर ਲਗਜ਼ਰੀਜ਼ ਗੁੱਡਸ। ਕਹਿੰਦੇ ਜਦੋਂ ਇਨਕਮ, ਇੱਕ ਚੀਜ਼ ਧਿਆਨ 'ਚ ਰੱਖਣੀ ਹੈ ਤੁਸੀਂ, ਜਦੋਂ ਡਿਸਟਰੀਬਿਊਸ਼ਨ ਆਫ ਇਨਕਮ ਐਂਡ ਵੈਲਥ ਦਾ ਅਨਇਕੁਅਲ ਹੁੰਦਾ ਤਾਂ ਕੀ ਹੁੰਦਾ, ਜਿਹੜੇ ਰਿਚ ਪੀਪਲਸ ਆ ਉਹ ਹੋਰ ਜ਼ਿਆਦਾ ਰਿਚ ਹੋਈ ਜਾਂਦੇ ਆ ਤੇ ਜਿਹੜੇ ਪੂਅਰ ਆ, ਠੀਕ ਹੈ, ਉਹ ਹੋਰ ਜ਼ਿਆਦਾ ਪੂਅਰ ਹੋਈ ਜਾਂਦੇ ਆ।
ਤਾਂ ਕਰਕੇ ਕਹਿੰਦੇ ਆ ਜਦੋਂ ਇਹ ਅਨਇਕੁਅਲ ਹੋ ਜਾਂਦਾ ਡਿਸਟ੍ਰੀਬਿਊਸ਼ਨ ਤਾਂ ਵੀ ਕੀ ਆ ਜਿਹੜੀ ਡਿਮਾਂਡ ਆ ਲਗਜ਼ਰੀ ਥਿੰਗਸ ਹੁੰਦੀਆਂ ਜਿਹੜੀਆਂ ਐਸ਼ਪ੍ਰਸਤੀ ਦਾ ਸਮਾਨ ਹੁੰਦਾ ਜਿਹੜੀਆਂ ਬਹੁਤ ਹੀ ਜ਼ਿਆਦਾ ਮਹਿੰਗੀਆਂ ਹੁੰਦੀਆਂ ਜਿਵੇਂ ਲਗਜ਼ਰੀਜ਼ ਗੱਡੀਜ਼ ਲੈ ਲੈਂਦੇ ਆ ਠੀਕ ਹੈ ਕਾਰਸ ਵਗੈਰਾ ਠੀਕ ਹੈ ਬਹੁਤ ਸਾਰਾ ਮਹਿੰਗਾ ਸਮਾਨ ਠੀਕ ਹੈ ਉਹਨਾਂ ਦੀ ਮੰਗ ਵੱਧ ਜਾਂਦੀ ਹੈ ਕਿਉਂ ਵੱਧ ਜਾਂਦੀ ਹੈ ਕਿਉਂਕਿ ਜਿਹੜੇ ਰਿਚ ਪੀਪਲਸ ਹੁੰਦੇ ਆ ਉਹਨਾਂ ਦੇ ਹੱਥਾਂ 'ਚ ਪੈਸਾ ਜ਼ਿਆਦਾ ਹੋ ਜਾਂਦਾ ਠੀਕ ਹੈ ਤਾਂ ਕਰਕੇ ਉਹ ਹੋਰ ਵੀ ਕੀ ਹੈ ਐਸ਼ਪ੍ਰਸਤੀ ਦੀਆਂ ਚੀਜ਼ਾਂ ਖਰੀਦਦੇ ਆ ਤੇ ਉਹਨਾਂ ਦੀ ਮੰਗ ਜਿਹੜੀ ਵੱਧ ਜਾਂਦੀ ਆ ਇਸ ਲਈ ਵੀ ਜਿਹੜਾ ਡਿਸਟ੍ਰੀਬਿਊਸ਼ਨ ਆਫ ਇਨਕਮ ਆ ਕੀ ਆ ਇਕੁਅਲ ਹੋਣਾ ਚਾਹੀਦਾ ਜੇ ਅਨਇਕੁਅਲ ਹੋਊਗਾ ਤਾਂ ਡਿਮਾਂਡ ਕੀ ਆ ਡਿਮਾਂਡ ਜਿਹੜੀ ਡਿਮਾਂਡ ਕਿੰਨਾ ਦੀ ਆ ਲਗਜ਼ਰੀ ਥਿੰਗ ਦੀ ਆ ਉਹ ਕੀ ਆ ਵੱਧ ਜੂਗੀ ਠੀਕ ਹੈ। ਇਸ ਤੋਂ ਅੱਗੇ ਆ ਸਾਈਜ਼ ਆਫ ਪਾਪੂਲੇਸ਼ਨ ਜਨਸੰਖਿਆ ਦਾ ਆਕਾਰ ਜਿਹਨੂੰ n ਦੇ ਨਾਲ ਡਿਨੋਟ ਕੀਤਾ ਜਾਂਦਾ ਠੀਕ ਹੈ। ਹੁਣ ਆਪਾਂ ਨੂੰ ਪਤਾ ਇਹ ਬਹੁਤ ਕਲੀਅਰ ਪੁਆਇੰਟ ਹੈ ਜਦੋਂ ਕੀ ਆ ਵੀ ਆਪਣੀ ਕੰਟਰੀਜ਼ ਦੇ ਵਿੱਚ ਜਾਂ ਕਿਸੇ ਵੀ ਕੋਈ ਵੀ ਦੇਸ਼ ਆ ਠੀਕ ਹੈ ਉਹਦੇ ਵਿੱਚ ਕੀ ਆ ਵੀ ਪਾਪੂਲੇਸ਼ਨ ਦੀ ਆ ਜਿਹੜੀ ਉਹ ਵੱਧ ਰਹੀ ਆ ਠੀਕ ਹੈ ਜਨਸੰਖਿਆ ਉਹਦਾ ਆਕਾਰ ਵੱਡਾ ਹੋ ਰਿਹਾ ਮਤਲਬ ਜਨਸੰਖਿਆ ਦਿਨੋਂ ਦਿਨ ਵੱਧ ਰਹੀ ਆ ਤਾਂ ਉਹਦੇ ਨਾਲ ਕੀ ਹੋਊਗਾ ਡਿਮਾਂਡ ਜ਼ਿਆਦਾ ਹੋਊਗੀ ਮਤਲਬ ਜਿੰਨੇ ਲੋਕ ਉਨੀ ਜ਼ਿਆਦਾ ਉਹਨਾਂ ਦੀ ਡਿਮਾਂਡ ਸੋ ਕੀ ਆ ਜੇ ਕੀ ਆ ਇਨਕਰੀਜ਼ ਇਨ ਸਾਈਜ਼ ਆਫ ਪਾਪੂਲੇਸ਼ਨ ਦੇ ਸਾਈਜ਼ ਦੇ ਵਿੱਚ ਇਨਕਰੀਜ਼ ਆਊਗਾ ਤੇ ਡਿਮਾਂਡ ਵੀ ਕੀ ਆ ਇਨਕਰੀਜ਼ ਹੋਊਗੀ। ਸੋ ਕਹਿੰਦੇ ਮੋਰ ਡਿਮਾਂਡ ਆਫ ਫੂਡ ਗ੍ਰੇਨਸ ਜਿਹੜੇ ਖਾਣ ਵਾਲੀਆਂ ਚੀਜ਼ਾਂ ਕਿਉਂਕਿ ਜਿੰਨੇ ਲੋਕ ਹੋਣਗੇ ਉਹਨਾਂ ਨੂੰ ਖਾਣ ਨੂੰ ਚਾਹੀਦਾ ਠੀਕ ਹੈ। ਸੋ ਫੂਡ ਗ੍ਰੇਨਸ ਦੀ ਜਿਹੜੀ ਡਿਮਾਂਡ ਆ ਉਹ ਵੱਧ ਜੂਗੀ ਜੇ ਹੁਣ ਦੇਖੋ ਜਨਸੰਖਿਆ ਵੱਧ ਗਈ ਤਾਂ ਬੱਚੇ ਵੱਧ ਜਾਣਗੇ ਉਹਦੇ ਲਈ ਟੋਇਜ਼ ਦੀ ਮੰਗ ਵੱਧ ਜੂਗੀ ਠੀਕ ਹੈ। ਬੇਬੀ ਫੂਡਸ ਦੀ ਜਿਹੜੀ ਡਿਮਾਂਡ ਆ ਉਹ ਵੀ ਇਨਕਰੀਜ਼ ਹੋ ਜੂਗੀ ਇਹ ਵੀ ਬਹੁਤ ਅਫੈਕਟ ਕਰਦਾ ਸਾਈਜ਼ ਆਫ ਪਾਪੂਲੇਸ਼ਨ ਡਿਮਾਂਡ ਨੂੰ। ਇਸ ਤੋਂ ਅੱਗੇ ਹੈ ਮਨੀ ਇਨਕਮ ਜਿਹਨੂੰ MS ਦੇ ਨਾਲ ਡਿਨੋਟ ਕੀਤਾ ਜਾਂਦਾ M ਸਟੈਂਡ ਫॉर ਮਨੀ S ਸਟੈਂਡਸ ਫॉर ਸਪਲਾਈ ਜਿਹਨੂੰ ਮੁਦਰਾ ਪੂਰਤੀ ਕਿਹਾ ਜਾਂਦਾ। ਮੁਦਰਾ ਪੂਰਤੀ ਮਤਲਬ ਜੋ ਆਪਣੀ ਕੰਟਰੀ ਦੇ ਵਿੱਚ ਪੈਸਾ ਘੁੰਮ ਰਿਹਾ ਜਿੰਨਾ ਵੀ ਘੁੰਮ ਰਿਹਾ ਠੀਕ ਹੈ। ਕਹਿੰਦੇ ਜੇਕਰ ਕੀ ਆ ਕੁਆਂਟੀਟੀ ਆਫ ਮਨੀ ਸਰਕੂਲੇਸ਼ਨ ਆਲਸੋ ਅਫੈਕਟ ਦਾ ਡਿਮਾਂਡ ਆਫ ਫॉर ਗੁਡਸ ਐਂਡ ਸਰਵਿਸਿਜ਼ ਠੀਕ ਹੈ ਜਿਹੜੀ ਮਨੀ ਸਪਲਾਈ ਆ ਠੀਕ ਹੈ ਜਾਂ ਕੁਆਂਟੀਟੀ ਆਫ ਮਨੀ ਆਪਣੀ ਸਰਕੂਲੇਸ਼ਨ ਮਤਲਬ ਜਿੰਨੀ ਵੀ ਆਪਣੀ ਕੰਟਰੀ ਦੇ ਵਿੱਚ ਪੈਸਾ ਘੁੰਮ ਰਿਹਾ ਠੀਕ ਹੈ ਜਿੰਨਾ ਵੀ ਲੋਕਾਂ ਦੇ ਹੱਥਾਂ 'ਚ ਪੈਸਾ ਜੇ ਕਹਿੰਦੇ ਉਹਦੀ ਸਪਲਾਈ ਵੱਧ ਜੂਗੀ ਲੋਕਾਂ ਕੋਲ ਵੱਧ ਪੈਸਾ ਆ ਜਾਊਗਾ ਤਾਂ ਓਬਵੀਅਸਲੀ ਆ ਕਿ ਡਿਮਾਂਡ ਵੱਧ ਜੂਗੀ ਵਾਈਸ ਵਰਸਾ ਮਤਲਬ ਜੇ ਸਪਲਾਈ ਘੱਟ ਜੂਗੀ ਤਾਂ ਡਿਮਾਂਡ ਵੀ ਘੱਟ ਜੂ ਠੀਕ ਹੈ। ਆਪਾਂ ਨੂੰ ਪਤਾ ਜਿੰਨਾ ਲੋਕਾਂ ਕੋਲ ਪੈਸਾ ਜ਼ਿਆਦਾ ਹੋਊਗਾ ਉਹ ਡਿਮਾਂਡ ਉਨੀ ਹੀ ਵੱਧ ਕਰਨਗੇ ਜਿੰਨਾ ਪੈਸਾ ਘੱਟ ਹੋਊਗਾ ਉਨੀ ਡਿਮਾਂਡ ਘੱਟ ਕਰਨਗੇ ਸੋ ਇਹ ਵੀ ਇੱਕ ਫੈਕਟਰ ਆ ਬਹੁਤ ਹੀ ਇੰਪੋਰਟੈਂਟ। ਇਸ ਤੋਂ ਅੱਗੇ ਹੈਗਾ ਗਵਰਨਮੈਂਟ ਪਾਲਿਸੀਜ਼ ਜਿਹਨੂੰ GP ਦੇ ਨਾਲ ਨੋਟ ਕੀਤਾ ਜਾਂਦਾ ਗਵਰਨਮੈਂਟ P ਫॉर ਪਾਲਿਸੀ ਸਰਕਾਰ ਨੀਤੀ ਠੀਕ ਹੈ। ਜੇਕਰ ਕਹਿੰਦੇ ਆ ਸਰਕਾਰ ਕਿਹੜੀ ਨੀਤੀ ਅਪਣਾਉਂਦੀ ਹੈ ਸੌਫਟ ਟੈਕਸ ਲਗਾਉਂਦੀ ਹੈ ਮਤਲਬ ਘੱਟ ਲੋਕਾਂ ਤੇ ਕੀ ਹੈ ਟੈਕਸ ਆ ਜਿਹੜੀ ਉਹ ਘੱਟ ਲਗਾਉਂਦੀ ਆ ਠੀਕ ਹੈ ਜਾਂ ਜਿਹੜੀ ਟੈਕਸ ਦਾ ਰੇਟ ਆ ਉਹ ਘੱਟ ਹੁੰਦਾ ਮਤਲਬ ਘੱਟ ਲੋਕਾਂ ਨੂੰ ਟੈਕਸ ਦੇਣਾ ਪੈਂਦਾ। ਆਪਾਂ ਨੂੰ ਪਤਾ ਜਦੋਂ ਲੋਕ ਟੈਕਸ ਘੱਟ ਦੇਣਗੇ ਤਾਂ ਉਹਨਾਂ ਕੋਲ ਜਿਹੜੀ ਇਨਕਮ ਆ ਉਹ ਜ਼ਿਆਦਾ ਬਚੂਗੀ ਕਿਉਂਕਿ ਡਿਸਪੋਜ਼ੇਬਲ ਇਨਕਮ ਉਹ ਹੁੰਦੀ ਹੈ ਜਿਨ੍ਹਾਂ ਦਾ ਉਹਨੇ ਖਰਚ ਕਰਨਾ ਹੁੰਦਾ ਠੀਕ ਹੈ ਜਿਹੜੀ ਕੰਜ਼ਿਊਮ ਕਰਨੀ ਹੁੰਦੀ ਹੈ ਸਾਰੀ ਦੀ ਸਾਰੀ ਸੋ ਉਹ ਇਨਕਮ ਵੱਧ ਜੂਗੀ ਜਦੋਂ ਉਹ ਟੈਕਸ ਆ ਜਿਹੜੇ ਘੱਟ ਪੇ ਕਰਦੇ ਆ ਸੋ ਡਿਮਾਂਡ ਵਧਾ ਦੇਣਗੇ ਜਦੋਂ ਇਨਕਮ ਵਧੂਗੀ ਤਾਂ ਡਿਮਾਂਡ ਵੱਧ ਜੂਗੀ। ਇਸੇ ਤਰ੍ਹਾਂ ਕੀ ਆ ਕਹਿੰਦੇ ਜਦੋਂ ਟੈਕਸ ਕੀ ਆ ਹਾਰਡ ਟੈਕਸ ਲਗਾਏ ਜਾਣਗੇ ਵੀ ਬਹੁਤ ਵੱਧ ਟੈਕਸ ਲਗਾਏ ਜਾਣਗੇ ਗਵਰਨਮੈਂਟ ਦੁਆਰਾ ਠੀਕ ਹੈ ਤਾਂ ਕੀ ਆ ਜਿਹੜਾ ਇਨਕਮ ਆ ਘੱਟ ਜੂਗੀ ਤੇ ਡਿਮਾਂਡ ਜਿਹੜੀ ਆ ਉਹਦੇ ਨਾਲ ਘੱਟ ਜੂਗੀ ਸੋ ਇਹ ਵੀ ਫੈਕਟਰ ਆ ਡਿਮਾਂਡ ਨੂੰ ਇਫੈਕਟ ਕਰਦਾ। ਇਸ ਤੋਂ ਅਗਲਾ ਪੁਆਇੰਟ ਹੈ ਬਿਜ਼ਨਸ ਕੰਡੀਸ਼ਨਸ ਇਨ ਦਾ ਕੰਟਰੀ ਕੋਈ ਵੀ ਦੇਸ਼ ਆ ਉਹਦੇ ਵਿੱਚ ਬਿਜ਼ਨਸ ਕੰਡੀਸ਼ਨਸ ਕੀ ਨੇ ਉਹਦੇ ਤੇ ਵੀ ਡਿਮਾਂਡ ਜਿਹੜੀ ਨਿਰਭਰ ਕਰਦੀ ਹੈ ਦੇਸ਼ ਵਿੱਚ ਕਾਰੋਬਾਰ ਦੀਆਂ ਹਾਲਾਤ ਠੀਕ ਹੈ ਕੀ ਹੈ ਇਹਦੇ ਵਿੱਚ ਹਾਲਤਾਂ ਕੀ ਆ ਉਹਦੀਆਂ ਇਹਨੂੰ B ਦੇ ਨਾਲ ਡਿਨੋਟ ਕੀਤਾ ਜਾਂਦਾ B ਫॉर ਬਿਜ਼ਨਸ ਠੀਕ ਹੈ। ਇੱਥੋਂ ਤੁਸੀਂ ਕੀ ਹੈ ਇਹਨੂੰ B ਦੇ ਨਾਲ ਡਿਨੋਟ ਕਰ ਸਕਦੇ ਹੋ ਠੀਕ ਹੈ। ਜੇਕਰ ਕਹਿੰਦੇ ਆ ਵੀ ਆਪਣੀ ਕੰਟਰੀ ਦੇ ਵਿੱਚ ਪੀਰੀਅਡ ਆਫ ਬੂਮ ਆ ਮਤਲਬ ਤੇਜ਼ੀ ਆ ਤੇਜ਼ੀ ਦਾ ਮਤਲਬ ਹੁੰਦਾ ਵੀ ਆਪਣੇ ਜਿਹੜੇ ਲੋਕ ਆ ਉਹਨਾਂ ਕੋਲ ਪੈਸਾ ਵੀ ਬਹੁਤ ਆ ਠੀਕ ਹੈ ਗਰੋਥ ਵੀ ਬਹੁਤ ਜ਼ਿਆਦਾ ਹੋ ਰਹੀ ਆ ਇਨਫਲੇਸ਼ਨ ਵੀ ਆ ਠੀਕ ਹੈ ਸਾਰੇ ਕੰਮ ਕਾਰ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਆ ਤਾਂ ਕੀ ਹੋਊਗਾ ਜਦੋਂ ਪੀਰੀਅਡ ਆਫ ਬੂਮ ਹੋਊਗਾ ਤਾਂ ਕੀ ਹੋਊਗਾ ਡਿਮਾਂਡ ਵੀ ਲੋਕਾਂ ਦੀ ਜ਼ਿਆਦਾ ਹੋਊਗੀ ਕਿਉਂਕਿ ਉਹਨਾਂ ਨੂੰ ਕੀ ਆ ਕੰਮ ਵੀ ਮਿਲਿਆ ਹੁੰਦਾ ਤੇ ਲੋਕ ਕੀ ਆ ਖੁਸ਼ਹਾਲ ਹੁੰਦੇ ਆ। ਪਰ ਜੀ ਕਹਿੰਦੇ ਆਪਣੀ ਜਿਹੜੀ ਕੰਟਰੀ ਆ ਉਹਦੇ ਵਿੱਚ ਪੀਰੀਅਡ ਆਫ ਡਿਪਰੈਸ਼ਨ ਆਊਗਾ ਡਿਪਰੈਸ਼ਨ ਮਤਲਬ ਮੰਦੀ ਜਿਵੇਂ ਹੁਣ ਆਪਣੇ ਜਿਵੇਂ ਨੋਟਬੰਦੀ ਕੀਤੀ ਸੀ ਠੀਕ ਹੈ ਉਹਦੇ ਨਾਲ ਕੀ ਹੋ ਗਿਆ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਗਈ ਲੋਕਾਂ ਕੋਲ ਪੈਸਾ ਘੱਟ ਗਿਆ। ਇਸੇ ਤਰ੍ਹਾਂ ਕੀ ਆ ਆਪਣੇ ਜਿਹੜਾ ਲੋਕਡਾਊਨ ਹੋਇਆ ਸੀ ਉਹਦੇ ਵਿੱਚ ਵੀ ਡਿਪਰੈਸ਼ਨ ਦਾ ਆਪਾਂ ਸਾਹਮਣਾ ਕਰ ਰਹੇ ਹਾਂ ਮੰਦੀ ਦਾ ਸਾਹਮਣਾ ਕਰ ਰਹੇ ਹਾਂ ਉਹਦੇ ਨਾਲ ਆਪਾਂ ਨੂੰ ਪਤਾ ਵੀ ਆਪਾਂ ਆਪਣੀ ਡਿਮਾਂਡ ਨੂੰ ਘਟਾਤਾ ਸੀ ਸੋ ਇਹ ਦੋ ਫੈਕਟਰਸ ਆ ਜਿਹੜੇ ਕੀ ਆ ਆਪਣੀ ਜਿਹੜੀ ਡਿਮਾਂਡ ਨੂੰ ਇਫੈਕਟ ਕਰਦੇ ਆ। ਇਸ ਤੋਂ ਅੱਗੇ ਆ ਪ੍ਰੋਪੈਂਸਿਟੀ ਟੂ ਕੰਜ਼ਿਊਮ ਔਰ ਸੇਵ ਉਪਭੋਗ ਦੇ ਬੱਚਤ ਦਾ ਰੁਝਾਨ ਠੀਕ ਹੈ ਰੁਝਾਨ ਮਤਲਬ
ਪ੍ਰੋਪੈਂਸਿਟੀ ਬੋਲਦੇ ਆ ਨੂੰ। ਜੇਕਰ ਕਹਿੰਦੇ ਲੋਕਾਂ ਦਾ ਰੁਝਾਨ ਕਿਹਦੇ ਵੱਲ ਬੱਚਤਾਂ ਕਰਨ 'ਚ, ਲੋਕ ਆ ਜਿਹੜੇ ਆਪਣੀ ਕੰਟਰੀ ਹੈ, ਠੀਕ ਹੈ, ਇਫ ਇਨ ਅ ਕੰਟਰੀ ਕਹਿੰਦੇ ਕਿਸੇ ਵੀ ਕੰਟਰੀ ਦੇ ਵਿੱਚ ਜੇਕਰ ਲੋਕਾਂ ਦੀ ਰੁਝਾਨ ਕਿਹਦੇ ਵੱਲ ਜ਼ਿਆਦਾ ਸੇਵਿੰਗ ਕਰਨ ਵਿੱਚ, ਆਪਾਂ ਨੂੰ ਪਤਾ ਜੇ ਆਪਾਂ ਵੱਧ ਸੇਵ ਕਰਨ ਲੱਗ ਜਾਵਾਂਗੇ ਤਾਂ ਆਪਣੀ ਡਿਮਾਂਡ ਘਟ ਜੂਗੀ, ਠੀਕ ਹੈ, ਕਿਉਂਕਿ ਆਪਾਂ ਸੇਵਿੰਗ ਵੱਧ ਕਰ ਰਹੇ ਹਾਂ ਅਤੇ ਆਪਣੇ ਕੋਲ ਜਿਹੜਾ ਪੈਸੇ ਆਪਾਂ ਘੱਟ ਲਗਾ ਰਹੇ ਹਾਂ। ਸੋ ਪੈਸੇ ਘੱਟ ਲਗਾਉਣ ਦਾ ਕਾਰਨ ਕੀ ਹੈ ਵੀ ਆਪਣੀ ਡਿਮਾਂਡ ਘੱਟ ਹੋਊਗੀ। ਸੋ ਜੇ ਕੀ ਆ ਆਪਾਂ ਸੇਵਿੰਗ ਘੱਟ ਕਰਦੇ ਹਾਂ ਮਤਲਬ ਸਾਰਾ ਦਾ ਸਾਰਾ ਪੈਸਾ ਖਰਚ ਦਿੰਦੇ ਹਾਂ ਅਤੇ ਆਪਣੀ ਡਿਮਾਂਡ ਜ਼ਿਆਦਾ ਹੋਊਗੀ। ਇਸੇ ਤਰ੍ਹਾਂ ਜਿਹੜੀ ਪ੍ਰੋਪੈਂਸਿਟੀ ਟੂ ਕੰਜ਼ਿਊਮ ਆ, ਠੀਕ ਹੈ, ਜੇ ਆਪਾਂ ਸਾਰੇ ਕੀ ਆ ਕੰਜ਼ਿਊਮ ਕਰ ਦਿੰਦੇ ਹਾਂ ਪੈਸੇ, ਆਪਾਂ ਜ਼ਿਆਦਾ ਤੋਂ ਜ਼ਿਆਦਾ ਕੀ ਆ ਖਰਚ ਕਰ ਰਹੇ ਹਾਂ, ਠੀਕ ਹੈ, ਤਾਂ ਕਰਕੇ ਜਿਹੜੀ ਡਿਮਾਂਡ ਆ ਉਹ ਵੀ ਇਨਕਰੀਜ਼ ਹੋਊਗੀ, ਠੀਕ ਹੈ। ਇਹਨਾਂ ਦੇ ਨਾਲ ਵੀ ਕੀ ਆ ਡਿਮਾਂਡ 'ਤੇ ਇਫੈਕਟ ਪੈਂਦਾ ਕੰਜ਼ਿਊਮਰ ਅਤੇ ਸੇਵਿੰਗ ਦੇ ਨਾਲ, ਠੀਕ ਹੈ, ਜਿਹੜੀ ਪ੍ਰੋਪੈਂਸਿਟੀ ਟੂ ਕੰਜ਼ਿਊਮ ਐਂਡ ਸੇਵਿੰਗ ਦੇ ਨਾਲ। ਅਗਲਾ ਪੁਆਇੰਟ ਆ ਕਾਰਪੋਰੇਟ ਪਾਲਿਸੀ, ਜਿਹਨੂੰ ਕੰਪਨੀ ਦੀਆਂ ਨੀਤੀਆਂ ਕਿਹਾ ਜਾਂਦਾ, ਠੀਕ ਹੈ। ਕੰਪਨੀ ਆ, ਠੀਕ ਹੈ, ਕੋਈ ਵੀ ਉਹਦੀਆਂ ਨੀਤੀਆਂ ਕਿਵੇਂ ਡਿਮਾਂਡ ਨੂੰ ਪ੍ਰਭਾਵਿਤ ਕਰਦੀਆਂ। ਇਫ ਅ ਫਰਮ ਅਡੋਪਟ ਦਾ ਪਾਲਿਸੀ ਆਫ ਮੈਕਸੀਮਮ ਡਿਸਟਰੀਬਿਊਸ਼ਨ ਆਫ ਦੇਅਰ ਪ੍ਰੋਫਿਟ ਅਮੰਗ ਸ਼ੇਅਰ ਹੋਲਡਰਸ ਐਜ਼ ਅ ਰਿਜ਼ਲਟ ਮਾਰਕੀਟ ਡਿਮਾਂਡ ਹੈਪਨਸ ਟੂ ਇਨਕਰੀਜ਼। ਕਹਿੰਦੇ ਜੇਕਰ ਕੋਈ ਵੀ ਫਰਮ ਆ ਉਹ ਇਹੋ ਜਿਹੀ ਪਾਲਿਸੀ ਅਪਣਾਉਂਦੀ ਹੈ ਜਿਹਦੇ ਨਾਲ ਕੀ ਆ ਜਿਹੜੇ ਪ੍ਰੋਫਿਟ ਆ, ਠੀਕ ਹੈ, ਫਰਮ ਦਾ ਪ੍ਰੋਫਿਟ ਆ ਉਹ ਲੋਕਾਂ ਨੂੰ ਵੱਧ ਤੋਂ ਵੱਧ ਡਿਸਟਰੀਬਿਊਟ ਕਰ ਰਹੀ ਹੈ, ਮਤਲਬ ਉਹ ਕੀ ਆ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੰਡ ਰਹੀ ਹੈ, ਠੀਕ ਹੈ, ਜਿਹੜੇ ਉਹਦੇ ਨਾਲ ਸ਼ੇਅਰ ਹੋਲਡਰਸ ਜੁੜੇ ਹੁੰਦੇ ਆ। ਇਹਦਾ ਮਤਲਬ ਵੀ ਜੇ ਉਹ ਲੋਕਾਂ ਨੂੰ ਪੈਸੇ ਕੀ ਆ ਡਿਸਟਰੀਬਿਊਟ ਕਰ ਰਹੀ ਹੈ, ਠੀਕ ਹੈ, ਉਹਨਾਂ ਦਾ ਡਿਸਟਰੀਬਿਊਸ਼ਨ ਹੋ ਰਿਹਾ ਉਹਨਾਂ ਦੇ ਪ੍ਰੋਫਿਟ ਦਾ, ਤਾਂ ਆਪਾਂ ਕੀ ਕਹਿ ਸਕਦੇ ਹਾਂ ਵੀ ਜਿਹੜੀ ਲੋਕਾਂ ਦੇ ਕੋਲ ਕੀ ਹੈ ਪੈਸਾ ਜ਼ਿਆਦਾ ਆਊਗਾ, ਇਸ ਕਰਕੇ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਕੀ ਹੋ ਜੂਗੀ ਇਨਕਰੀਜ਼ ਹੋ ਜੂਗੀ। ਇਸ ਤੋਂ ਉਲਟ ਇਫ ਫਰਮ ਅਡੋਪਟ ਦਾ ਪਾਲਿਸੀ ਆਫ ਹੋਲਡਿੰਗ ਆਫ ਦੇਅਰ ਪ੍ਰੋਫਿਟ, ਕਹਿੰਦੇ ਜੇ ਕੋਈ ਵੀ ਫਰਮ ਆ ਆਪਣੇ ਜਿਹੜੇ ਪ੍ਰੋਫਿਟਸ ਆ ਉਹਨੂੰ ਆਪਦੇ ਕੋਲ ਹੀ ਹੋਲਡ ਕਰਕੇ ਰੱਖਦੀ ਹੈ ਜਾਂ ਫਿਰ ਆਪਦੀ ਕੰਪਨੀ 'ਚ ਨਿਵੇਸ਼ ਹੀ ਕਰੀ ਜਾਂਦੀ ਹੈ, ਲੋਕਾਂ ਨੂੰ ਪੈਸੇ ਨਹੀਂ ਦਿੰਦੀ, ਠੀਕ ਹੈ, ਤਾਂ ਕਰਕੇ ਕੀ ਹੈ ਜਿਹੜੇ ਲੋਕਾਂ ਨੂੰ ਜਦੋਂ ਪੈਸਾ ਨਹੀਂ ਡਿਸਟਰੀਬਿਊਟ ਹੋਊਗਾ ਤਾਂ ਕਰਕੇ ਕੀ ਹੈ ਜਿਹੜੀ ਮਾਰਕੀਟ ਡਿਮਾਂਡ ਆ ਉਹਦੇ ਵਿੱਚ ਕਮੀ ਆ ਜਾਊਗੀ, ਠੀਕ ਹੈ। ਹੁਣ ਅੱਗੇ ਲਾਸਟ ਪੁਆਇੰਟ ਆ ਬਹੁਤ ਹੀ ਇੰਪੋਰਟੈਂਟ, ਦੇਖੋ ਈਜ਼ੀ ਵੀ ਬਹੁਤ ਆ। ਕਲਾਈਮੇਟ ਐਂਡ ਵੈਦਰ ਕੰਡੀਸ਼ਨਸ, ਪੌਣ ਪਾਣੀ ਅਤੇ ਮੌਸਮ ਦੀਆਂ ਹਾਲਤਾਂ ਵੀ ਕੀ ਆ ਡਿਮਾਂਡ ਨੂੰ ਬਹੁਤ ਪ੍ਰਭਾਵਿਤ ਕਰਦੀਆਂ। ਬਹੁਤ ਈਜ਼ੀ ਆ, ਦੇਖੋ ਜਦੋਂ ਇਨ ਵਿੰਟਰਸ ਜਦੋਂ ਸਰਦੀਆਂ ਦੇ ਵਿੱਚ ਆਪਾਂ ਕਾਹਦੀ ਡਿਮਾਂਡ ਕਰਦੇ ਹਾਂ ਵੂਲਨ ਗਾਰਮੈਂਟਸ, ਮਤਲਬ ਆਪਾਂ ਮੋਟੇ ਕੱਪੜੇ ਪਾਉਂਦੇ ਹਾਂ, ਠੀਕ ਹੈ, ਵੂਲਨ ਦੇ ਕੱਪੜੇ ਪਾਉਂਦੇ ਹਾਂ, ਠੀਕ ਹੈ, ਕੁੜਤੇ ਵਗੈਰਾ। ਸੋ ਕੀ ਆ ਉਹਨਾਂ ਦੀ ਡਿਮਾਂਡ ਕੀ ਆ ਉਦੋਂ ਵੱਧ ਜਾਂਦੀ ਹੈ ਅਤੇ ਕੀ ਆ ਜਿਹੜੀ ਗਰਮੀਆਂ ਦੇ ਵਿੱਚ ਇਹਨਾਂ ਦੀ ਡਿਮਾਂਡ ਘੱਟ ਜਾਂਦੀ ਆ। ਇੱਦਾਂ ਹੀ ਜੇ ਆਪਾਂ ਦੇਖੀਏ ਵੀ ਸਮਰ ਸੀਜ਼ਨ ਵਿੱਚ ਗਰਮੀ ਦੇ ਵਿੱਚ ਆਪਾਂ ਕੀ ਆ ਆਈਸਕ੍ਰੀਮਸ ਜ਼ਿਆਦਾ ਕਰਦੇ ਹਾਂ, ਇਹਨਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ। ਸੋ ਵਿੰਟਰ ਦੇ ਵਿੱਚ ਇਹਨਾਂ ਦੀ ਡਿਮਾਂਡ ਘੱਟ ਜਾਂਦੀ ਹੈ। ਸੋ ਇਹ ਵੀ ਫੈਕਟਰ ਆ, ਠੀਕ ਹੈ, ਕਲਾਈਮੇਟ ਐਂਡ ਵੈਦਰ ਜੋ ਕੀ ਹੈ ਡਿਮਾਂਡ ਨੂੰ ਪ੍ਰਭਾਵਿਤ ਕਰਦੇ ਆ। ਸੋ ਅੱਗੇ ਦੇਖੋ ਬਿਸਾਈਡਸ ਦਾ ਅਬਵ ਫੈਕਟਰਸ ਡਿਮਾਂਡ ਫॉर ਕਮੋਡਿਟੀਜ਼ ਇਜ਼ ਆਲਸੋ ਇਨਫਲੂਐਂਸਡ ਬਾਈ ਅਦਰ ਫੈਕਟਰਸ ਲਾਈਕ technological progress, introduction of new products and peace and political conditions in the countries। ਕਹਿੰਦੇ ਇਹਨਾਂ ਪੁਆਇੰਟਸ ਤੋਂ ਬਿਨਾਂ ਜੋ ਆਪਾਂ ਪੜ੍ਹ ਲਏ ਆ ਹੋਰ ਵੀ ਬਹੁਤ ਸਾਰੇ ਫੈਕਟਰਸ ਆ ਜੋ ਡਿਮਾਂਡ ਨੂੰ ਪ੍ਰਭਾਵਿਤ ਕਰਦੇ ਆ, ਜਿਵੇਂ ਨਵੀਆਂ ਟੈਕਨੋਲੋਜੀਜ਼ ਆ ਜਾਂਦੀਆਂ, ਠੀਕ ਹੈ, ਟੈਕਨੋਲੋਜੀ ਦੇ ਵਧਣ ਦੇ ਨਾਲ ਡਿਮਾਂਡ ਚੇਂਜ ਹੋ ਜਾਂਦੀ ਹੈ। ਸੋ ਆਪਣੇ ਨਿਊ ਪ੍ਰੋਡਕਟਸ ਆ ਜਾਂਦੇ ਆ ਕੰਪਨੀ ਆਪਣੀ ਮਾਰਕੀਟ ਦੇ ਵਿੱਚ, ਜਿਵੇਂ ਆਪਾਂ ਫੋਨਸ ਵਗੈਰਾ ਦੇ ਮਾਡਲਸ ਜ਼ਿਆਦਾ ਤੋਂ ਜ਼ਿਆਦਾ ਆਈ ਜਾਂਦੇ ਆ, ਠੀਕ ਹੈ, ਆਪਾਂ ਕਹਿੰਦੇ ਹਾਂ ਵੀ ਆਪਾਂ ਲੇਟੈਸਟ ਮਾਡਲ ਹੀ ਲੈਣਾ। ਸੋ ਉਹਦੇ ਨਾਲ ਵੀ ਕੀ ਹੈ ਡਿਮਾਂਡ ਆਪਣੀ ਚੇਂਜ ਹੁੰਦੀ ਰਹਿੰਦੀ ਹੈ। ਇਸ ਤੋਂ ਬਿਨਾਂ ਜੇ ਆਪਣੀ ਜਿਹੜੀ ਇਕੋਨਮੀ ਆ ਉਹਦੇ ਵਿੱਚ ਪੀਸ ਆ ਮਤਲਬ ਸ਼ਾਂਤੀ ਦਾ ਮਾਹੌਲ ਆ ਤਾਂ ਕੀ ਆ ਵੱਧ ਡਿਮਾਂਡ ਕਰਾਂਗੇ, ਠੀਕ ਹੈ। ਜੇ ਪੋਲੀਟੀਕਲ ਕੰਡੀਸ਼ਨਸ ਆ, ਜੇ ਕੀ ਆ ਮੰਨ ਲਓ ਵੋਟਾਂ ਵਗੈਰਾ ਆ ਰਹੀਆਂ ਤਾਂ ਉਦੋਂ ਵੀ ਕੀ ਆ ਆਪਣੀ ਡਿਮਾਂਡ 'ਤੇ ਇਫੈਕਟ ਪੈਂਦਾ, ਠੀਕ ਹੈ। ਅਤੇ ਇਸੇ ਤਰ੍ਹਾਂ ਕੀ ਆ ਜਿਹੜੇ ਇਹ ਸਾਰੇ ਪੁਆਇੰਟ ਕਿਹਦੇ ਸੀਗੇ ਫੈਕਟਰ ਅਫੈਕਟਿੰਗ ਦਾ ਡਿਮਾਂਡ, ਇੱਥੇ ਫਿਨਿਸ਼ ਹੋ ਜਾਂਦੇ ਆ। ਕੱਲ੍ਹ ਆਪਾਂ ਇਸੇ ਲੈਸਨ ਦਾ ਅਗਲਾ ਕੀ ਆ ਟੌਪਿਕ ਸਟਾਰਟ ਕਰਾਂਗੇ। ਥੈਂਕ ਯੂ ਸਟੂਡੈਂਟਸ।